हाँ जी, सत श्री अकाल साਰਿਆਂ ਨੂੰ। एग्जाम प्लस एजुकेशन ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਨਾਇਬ ਤਹਿਸੀਲਦਾਰ ਦਾ ਪੇਪਰ, ਠੀਕ ਹੈ, ਜਾਂ ਪੰਜਾਬ ਪੁਲਿਸ ਦਾ ਪੇਪਰ ਤੇ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਜਾਂ ਪੰਜਾਬ ਸਰਕਾਰ ਵੱਲੋਂ ਜੋ 25,000 ਵੈਕੈਂਸੀ ਅਨਾਉਂਸ ਕੀਤੀ ਗਈ ਹੈ, ਉਹਨਾਂ ਦੇ ਸਾਰਿਆਂ ਦੇ ਪੇਪਰ ਹੁਣ ਹੋਣੀ ਆ। ਤੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਇਹ ਪੋਲਿਟੀ ਦੇ MCQ ਦੀ ਸੀਰੀਜ਼ ਸਟਾਰਟ ਕੀਤੀ ਹੈ, ਜਿਹਦੇ ਵਿੱਚ ਆਪਾਂ ਲਗਭਗ 500 ਕੁਐਸਚਨ ਡਿਸਕਸ ਕਰਾਂਗੇ ਔਰ ਇਹ ਡਿਟੇਲ ਦੇ ਨਾਲ ਫੁੱਲ ਡਿਟੇਲ ਦੇ ਨਾਲ ਡਿਸਕਸ ਕੀਤੇ ਜਾਣਗੇ, ਠੀਕ ਹੈ। ਔਰ ਇਹ ਸੀਰੀਜ਼ ਇੱਦਾਂ ਹੀ ਕੰਟੀਨਿਊ ਰਹੂਗੀ। ਜਿੰਨੇ ਵੀ ਤੁਸੀਂ ਪੰਜਾਬ ਦੇ ਪੇਪਰ ਦੇਣੇ ਆ, ਪੰਜਾਬ ਦਾ ਹੋ ਗਿਆ ਚਾਹੇ SSC ਦਾ ਕੋਈ ਵੀ ਪੇਪਰ ਹੈ, ਹਰੇਕ ਪੇਪਰ ਦੇ ਵਿੱਚ ਪੋਲਿਟੀ ਦੇ ਕੁਐਸਚਨ ਪੁੱਛੇ ਜਾਂਦੇ ਹੈ, ਤਾਂ ਆਪਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸੀਰੀਜ਼ ਸਟਾਰਟ ਕੀਤੀ ਹੈ। ਬਹੁਤ ਇੰਪੋਰਟੈਂਟ ਕੁਐਸਚਨ ਆਪਾਂ ਲੈ ਕੇ ਆਵਾਂਗੇ, ਠੀਕ ਹੈ, ਜਿਹੜੇ ਕਿ ਪੇਪਰ ਨਾਲ ਰੈਲੇਵੈਂਟ ਹੀ ਹੋਣਗੇ। ਐਵੇਂ ਨਹੀਂ ਹੈ ਵੀ ਤੁਹਾਨੂੰ ਕੁਛ ਹੋਰ ਪੜ੍ਹਾਇਆ ਜਾਊਗਾ। ਔਰ ਇਸ ਸੀਰੀਜ਼ ਦੀ ਇੱਕ ਖਾਸ ਗੱਲ ਇਹ ਹੈ ਕਿ ਇਹਦੀ PDF ਤੁਹਾਨੂੰ ਟੈਲੀਗ੍ਰਾਮ ਦੇ ਲਿੰਕ ਦੇ ਵਿੱਚੋਂ ਮਿਲੂਗੀ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ PDF। ਔਰ ਜੋ ਇਸ ਵਿੱਚ ਕੁਐਸਚਨ ਹੋਣਗੇ ਆਪਾਂ ਸਾਰੇ ਫੁੱਲ ਡਿਟੇਲ ਨਾਲ ਡਿਸਕਸ ਕਰਾਂਗੇ, ਵੀ ਇਕੱਲੇ ਆਪਸ਼ਨ ਨੂੰ ਲੈ ਕੇ ਇਕੱਲੀ ਵਰਡਿੰਗ ਨੂੰ ਲੈ ਕੇ, ਠੀਕ ਹੈ। ਤਾਂ ਕਰਕੇ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਹੈ ਔਰ ਆਪਣੇ ਨੋਟਸ ਤਿਆਰ ਕਰਦੇ ਰਹਿਣਾ, ਜੋ ਵੀ ਤੁਹਾਨੂੰ ਇੰਪੋਰਟੈਂਟ ਚੀਜ਼ ਲੱਗਦੀ ਹੈ। ਤਾਂ ਹੁਣ ਆਪਾਂ ਬਾਹਲਾ ਸਮਾਂ ਨਾ ਖਰਾਬ ਕਰਦੇ ਹੋਏ ਆਪਣਾ ਦੇਖਦੇ ਹਾਂ ਪਹਿਲਾ ਕੁਐਸਚਨ। ਇਹ ਜੋ ਕੁਐਸਚਨ ਨੇ ਇਹ ਇੰਡੀਅਨ ਕੰਸਟੀਟਿਊਸ਼ਨਲ ਡਿਵੈਲਪਮੈਂਟ ਦੇ ਟੌਪਿਕ ਵਿੱਚੋਂ ਲਏ ਗਏ ਨੇ, ਠੀਕ ਹੈ, ਵੀ ਭਾਰਤ ਦਾ ਜੋ ਸੰਵਿਧਾਨ ਬਣਾਇਆ ਸੀ ਉਹਦੀ ਡਿਵੈਲਪਮੈਂਟ ਕਿਵੇਂ ਹੋਈ ਆ। ਤਾਂ ਹੁਣ ਆਪਣਾ ਪਹਿਲਾ ਕੁਐਸਚਨ ਹੈ, ਕੈਬਨਿਟ ਮਿਸ਼ਨ ਟੂ ਇੰਡੀਆ ਵਾਜ ਹੈਡਡ ਬਾਏ, ਵੀ ਜਿਹੜਾ ਕੈਬਨਿਟ ਮਿਸ਼ਨ ਸੀਗਾ ਉਹਨੂੰ ਹੈੱਡ ਕੌਣ ਕਰ ਰਿਹਾ ਸੀ, ਉਹਦਾ ਹੈੱਡ ਕੌਣ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ C, ਠੀਕ ਹੈ। ਤਾਂ ਜੋ ਕੈਬਨਿਟ ਮਿਸ਼ਨ ਆਇਆ ਸੀ ਭਾਰਤ ਦੇ ਵਿੱਚ ਉਹਨੂੰ ਹੈੱਡ ਕਰ ਰਿਹਾ ਸੀ ਲਾਰਡ ਪੈਥਿਕ ਲਾਰੈਂਸ, ਠੀਕ ਹੈ। ਆਪਸ਼ਨ ਨੰਬਰ C, ਜੋ ਕੈਬਨਿਟ ਮਿਸ਼ਨ ਆਇਆ ਸੀ 1946 ਦੇ ਵਿੱਚ, ਇਹਦੇ 3 ਮੈਂਬਰ ਸੀ, ਜਿਹਦੇ ਵਿੱਚ ਪਹਿਲਾ ਮੈਂਬਰ ਸੀਗਾ ਸਟੈਫੋਰਡ ਕ੍ਰਿਪਸ, A.V. ਅਲੈਗਜ਼ੈਂਡਰ ਔਰ ਲਾਰਡ ਪੈਥਿਕ ਲਾਰੈਂਸ, ਠੀਕ ਹੈ। ਇਹ ਤਿੰਨੇ ਮੈਂਬਰ ਸੀ ਇਹਦੇ ਕੈਬਨਿਟ ਮਿਸ਼ਨ ਦੇ ਔਰ 1946 ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ ਔਰ ਇਹਨੂੰ ਹੈੱਡ ਕਰ ਰਿਹਾ ਸੀ ਲਾਰਡ ਪੈਥਿਕ ਲਾਰੈਂਸ। ਨੈਕਸਟ ਕੁਐਸਚਨ ਆਪਣਾ, ਦ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ ਅਡੋਪਟਡ ਬਾਈ, ਵੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਅਡੋਪਟ ਕਿਵੇਂ ਕੀਤਾ ਗਿਆ ਸੀ, ਵੀ ਕਿਹਨੇ ਅਡੋਪਟ ਕੀਤਾ ਸੀ। ਤਾਂ ਇਹਦਾ ਵੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ C, ਕਾਂਸਟੀਟਿਊਐਂਟ ਅਸੈਂਬਲੀ ਬਣਾਈ ਗਈ ਸੀ, ਯਾਨੀ ਕਿ ਸੰਵਿਧਾਨ ਸਭਾ ਬਣਾਈ ਗਈ ਸੀ। ਉਸਨੇ ਕੀ ਹੈ, ਭਾਰਤ ਦਾ ਜੋ ਸੰਵਿਧਾਨ ਸੀ ਉਹਨੂੰ ਅਸੈਪਟ ਕੀਤਾ ਸੀ, ਅਡੋਪਟ ਕੀਤਾ ਸੀਗਾ। ਜੇ ਆਪਾਂ ਸੰਵਿਧਾਨ ਸਭਾ ਦੀ ਗੱਲ ਕਰੀਏ ਤਾਂ ਇਹਦੀ ਫਸਟ ਡਿਮਾਂਡ ਕੀਤੀ ਗਈ ਸੀ ਜਿਹੜੀ, ਉਹ ਕੀਤੀ ਗਈ ਸੀ ਕਿਹਦੇ ਦੁਆਰਾ, ਬਾਲ ਗੰਗਾਧਰ ਤਿਲਕ ਦੁਆਰਾ ਕੀਤੀ ਗਈ ਸੀ 1985 ਦੇ ਵਿੱਚ। ਇਹ ਵੀ ਔਰਲ ਡਿਮਾਂਡ ਕੀਤੀ ਗਈ ਸੀ, ਕੋਈ ਲਿਖਤੀ ਰੂਪ ਨਹੀਂ ਸੀਗਾ। ਫਿਰ ਕੀ ਸੀ, ਫਿਰ ਆਪਸ਼ਨਲ ਡਿਮਾਂਡ ਕੀਤੀ ਗਈ ਸੀ 1934 ਦੇ ਵਿੱਚ MN ਰॉय ਦੁਆਰਾ 1934 ਦੇ ਵਿੱਚ ਸੰਵਿਧਾਨ ਸਭਾ ਦੀ ਡਿਮਾਂਡ ਕੀਤੀ ਗਈ ਸੀ, ਠੀਕ ਹੈ। ਔਰ ਜੇ ਆਪਾਂ ਸੰਵਿਧਾਨ ਸਭਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੋਟਲ 389 ਮੈਂਬਰ ਸੀ ਔਰ ਸੰਵਿਧਾਨ ਸਭਾ ਦੇ ਵਿੱਚ ਟੋਟਲ 11 ਸੈਸ਼ਨ ਹੋਏ ਸੀ, ਠੀਕ ਹੈ ਜੀ। ਔਰ ਇਹਦੇ ਵਿੱਚ ਟੋਟਲ 114 ਮੈਂਬਰ ਸੀ, ਠੀਕ ਹੈ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਜੇ ਹੁਣ ਆਪਾਂ ਗੱਲ ਕਰੀਏ ਪਾਰਲੀਮੈਂਟ ਆਫ ਇੰਡੀਆ ਦੀ, ਆਪਸ਼ਨ ਨੰਬਰ D ਦੀ, ਤਾਂ ਪਾਰਲੀਮੈਂਟ ਆਫ ਇੰਡੀਆ ਦਾ ਆਰਟੀਕਲ ਹੈ 79, ਠੀਕ ਹੈ। ਇਹਦੇ ਵਿੱਚ 3 ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਪ੍ਰੈਜ਼ੀਡੈਂਟ, ਫਿਰ ਹੁੰਦਾ ਲੋਕ ਸਭਾ ਜਿਹਨੂੰ ਆਪਾਂ ਲੋਅਰ ਹਾਊਸ ਬੋਲਦੇ ਹਾਂ, ਫਿਰ ਹੁੰਦਾ ਰਾਜ ਸਭਾ ਜਿਹਨੂੰ ਆਪਾਂ ਅੱਪਰ ਹਾਊਸ ਬੋਲਦੇ ਹਾਂ, ਠੀਕ ਹੈ ਜੀ। ਰਾਜ ਸਭਾ ਦਾ ਆਰਟੀਕਲ ਹੈਗਾ 80, ਲੋਕ ਸਭਾ ਦਾ ਹੈਗਾ 81 ਔਰ ਪ੍ਰੈਜ਼ੀਡੈਂਟ ਦਾ ਜੋ ਆਰਟੀਕਲ ਹੈ ਉਹ 52 ਤੋਂ ਲੈ ਕੇ 62 ਆਰਟੀਕਲ ਤੱਕ ਗੱਲ ਕਰਦੇ ਆ ਪ੍ਰੈਜ਼ੀਡੈਂਟ ਬਾਰੇ, ਠੀਕ ਹੈ। ਇਹਨਾਂ ਨੂੰ ਆਪਾਂ ਡਿਟੇਲ 'ਚ ਅੱਗੇ ਕੁਐਸਚਨਾਂ ਦੇ ਵਿੱਚ ਡਿਸਕਸ ਕਰਾਂਗੇ। ਤਾਂ ਹੁਣ ਆਪਣਾ ਨੈਕਸਟ ਕੁਐਸਚਨ ਹੈ, ਜੋ ਭਾਰਤ ਦੀ ਸੰਵਿਧਾਨ ਸਭਾ ਸੀ ਤਾਂ ਉਹਦੀ ਫਸਟ ਮੀਟਿੰਗ ਕਦੋਂ ਹੋਈ ਸੀ। ਦ ਕੰਸਟੀਟਿਊਐਂਟ ਅਸੈਂਬਲੀ ਫੋਰ ਅਨਡਿਵਾਈਡਡ ਇੰਡੀਆ ਫਸਟ ਮੀਟ ਔਨ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B, 9 ਦਸੰਬਰ 1946 ਦੇ ਵਿੱਚ ਇਹਦੀ ਫਸਟ ਮੀਟਿੰਗ ਰੱਖੀ ਗਈ ਸੀ ਔਰ ਜਿਹਦੇ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਏ ਗਏ ਸੀ ਡਾਕਟਰ ਸਚਿਦਾਨੰਦ ਸਿਨਹਾ, ਠੀਕ ਹੈ ਜੀ। ਔਰ ਇਹ ਤਾਂ ਹੋਈ ਸੀ 9 ਦਸੰਬਰ 1946 ਨੂੰ, ਜਿਹੜੀ ਜਦੋਂ ਇੰਡੀਆ ਡਿਵਾਈਡ ਨਹੀਂ ਹੋਇਆ ਸੀਗਾ ਉਦੋਂ ਜਿਹੜੀ ਸੰਵਿਧਾਨ ਸਭਾ ਬਣਾਈ ਗਈ ਸੀ ਉਹਦੀ ਪਹਿਲੀ ਮੀਟਿੰਗ ਸੀ। ਔਰ ਉਸ ਤੋਂ ਬਾਅਦ ਸੈਕਿੰਡ ਮੀਟਿੰਗ ਹੋਈ ਸੀ ਇਹਦੀ 11 ਦਸੰਬਰ 1946 ਦੇ ਵਿੱਚ, ਜਿਹਦੇ ਵਿੱਚ ਇਹਦੇ ਪਰਮਾਨੈਂਟ ਹੈੱਡ ਬਣਾ ਦਿੱਤੇ ਗਏ ਸੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ।
और वाइस चेयरमैन बनाया गया सीगा HC मुखर्जी ਨੂੰ, HC मुखर्जी। फिर तीजी मीटिंग हुई सी, थर्ड मीटिंग, जिस दे विच पंडित जवाहर लाल नेहरू ने ऑब्जैक्टिव रैजोल्यूशन पास किया सीगा। ऑब्जैक्टिव रैजोल्यूशन का मता लैके आए सी और ऑब्जैक्टिव रैजोल्यूशन ही बाद दे विच प्रैम्बल बनया सीगा, यानी कि ऑब्जैक्टिव रैजोल्यूशन नूं बाद दे विच प्रैम्बल का नाम दिता गया सी, जो जिन्हों आपां प्रस्तावना बोलते हैं, भारत के संविधान के मूहरे लिखिया होया प्रस्तावना, वो सब ऑब्जैक्टिव रैजोल्यूशन नूं ही कहा गया सी। ठीक है, तो जे आपां गल करिए थर्ड ऑप्शन की, तो 20 फरवरी 1947 दे विच की होया सी, इंडिया इंडिपेंडेंस जो एक्ट सी वो डिकलेयर होया सीगा। किने कीता सी? जो PMC ब्रिटेन के क्लाइमेट एटली ने, क्लाइमेट एटली द्वारा 20 फरवरी 1947 नूं इंडिया इंडिपेंडेंस एक्ट सी वो डिकलेयर किया गया सीगा। लेकिन अपना भारत 15 अगस्त 1947 दे विच आज़ाद होया सी रात नूं 12 बजे। ठीक है जी, ये क्वेश्चन भी पेपर दे विच पुछया गया भी भारत कदों किन्ने टाइम ते आज़ाद होया सी, तो उहदा राइट आंसर होगा रात नूं 12 बजे भारत आज़ाद होया सी। चौथा क्वेश्चन है जी अपना भी जदों 31 अक्तूबर 1947 दे विच डोमिनियन स्टेटस की कॉन्स्टिट्यूएंट असैंबली बिठाई गई सी, तो उदों किन्ने मैंबर सी? तो ये विच आपां पहलां देखिया सी कि ये विच संविधान सभा दे विच 389 मैंबर सीगे। जदों भारत ते पाकिस्तान अलग होए सी तो उदों की है 299 मैंबर सी जिहड़े वो इंडिया कोले आ गए सी और 90 मैंबर की है पाकिस्तान विच चले गए सी। पाकिस्तान, ठीक है, इत्थे इंडिया, और टोटल मैंबर सी 389। जिहड़ा ये होया सी, ये माउंटबेटन प्लान दे नाल होया सीगा। ठीक है, और माउंटबेटन प्लान नूं ही डिक्कीबर्ड प्लान भी कहा जाता है और बाल्कन प्लान भी कहा जाता है। नैक्सट क्वेश्चन अपना पंजवां, हू अमंग द फॉलोइंग वाज द कॉन्स्टिट्यूशनल एडवाइजर टू द कॉन्स्टिट्यूएंट असैंबली ऑफ इंडिया। ठीक है, ये क्वेश्चन भी आया होया CDS दे विच। ठीक है, 1995 दे विच, उस तो बाद भी बहुत बारी क्वेश्चन रिपीट होया है। तो जो कॉन्स्टिट्यूशनल एडवाइजर बनाया गया सी संविधान सभा का, उहदा की नाम सी? तो यदा राइट आंसर है जी BN राव। BN राव नूं कॉन्स्टिट्यूशनल एडवाइजर बनाया गया सी संविधान सभा का। जे आपां गल करिए डॉक्टर BR अंबेडकर की, तो इन्हां नूं ड्राफ्टिंग जो कमेटी बनाई गई सी उहदा चेयरमैन बनाया गया सी डॉक्टर BR अंबेडकर। और ये विच टोटल 7 मैंबर सी ड्राफ्टिंग कमेटी दे विच। उन्हां दी गल भी आपां किसी होर क्वेश्चन दे विच फुल डिटेल दे नाल करांगे। KM मुंशी जी भी ड्राफ्टिंग कमेटी के एक मैंबर सीगे। जे आपां MC सैटलवेट की गल करते हैं तो ये अपने भारत के फस्ट अटॉर्नी जनरल सी, अटॉर्नी जनरल। ठीक है जी, नैक्सट क्वेश्चन अपना, द कॉन्स्टिट्यूशन ऑफ इंडिया वाज इनैक्टेड बाय कॉन्स्टिट्यूएंट असैंबली सैटअप। ठीक है, भी जो भारत का संविधान सी भी जो भारत का संविधान बनाने वास्ते संविधान सभा बनाई गई सी, तो उन्होंने कदों लागू किया गया सी? तो वो किहड़े अंडर आई सी? तो अंडर कैबिनेट मिशन प्लान 1946। ठीक है, 1946 के प्लान अंडर ही संविधान सभा बनाई गई सी। और 1946 तो लैके ठीक है, इन्हां ने अपनियां जिन्नियां मीटिंगां कीतियां ते उस दे दौरान ही भारत का संविधान बनाया गया सीगा। जे आपां इंडियन नैशनल कांग्रेस की गल करिए तो 1885 दे विच इंडियन नैशनल कांग्रेस बनाई गई सी। ठीक है, उदों वाइसराय सीगा लॉर्ड डफरिन 1885 दे विच। और ये टोटल 72 मैंबरज ने पार्टिसिपेट किया सी। और ये फस्ट मीटिंग हुई सी बॉम्बे दे विच, तेजपाल गोकुलदास संस्कृत कॉलेज सीगा बॉम्बे दे विच, उत्थे इहदी फस्ट मीटिंग हुई सी। और तुसी कमेंट बॉक्स दे विच लिख के दसना कि इंडियन नैशनल कांग्रेस दा जो चेयरमैन सी, पहला चेयरमैन प्रेजिडेंट लाओ चेयरमैन, तो वो कौन सी? तुसी कमेंट बॉक्स दे विच लिख के दसोगे। नैक्सट क्वेश्चन अपना, द कॉन्स्टिट्यूएंट असैंबली विच फ्रेम्ड द कॉन्स्टिट्यूशन फॉर इंडिपेंडेंस इंडिया वाज सैट अप इन। ठीक है, भी जो संविधान सभा बनाई गई सी भारत का संविधान बनाने वास्ते, तो वो कदों सैटअप की गई सी? तो यदा राइट आंसर भी है 1946 दे विच। 1946 दे विच ही संविधान सभा बनाई गई सी, यानी कि कॉन्स्टिट्यूएंट असैंबली बनाई गई सी। ठीक है, और इस द्वारा ही भारत का जो संविधान सीगा वो बनाया गया सीगा।
ਨੈਕਸਟ ਕੁਐਸਚਨ ਹੈ ਜੀ ਆਪਣਾ, ਹੂ ਪ੍ਰੀਸਾਈਡਡ ਓਵਰ ਦੀ ਇਨੂਗਰਲ ਮੀਟਿੰਗ ਆਫ ਦੀ ਕਨਸਟੀਟਿਊਂਟ ਅਸੈਂਬਲੀ ਆਫ ਇੰਡੀਆ। ਠੀਕ ਹੈ ਵੀ ਜੋ ਆਪਣਾ ਭਾਰਤ ਦੀ ਸੰਵਿਧਾਨ ਸਭਾ ਬਣਾਉਣ ਵਾਸਤੇ ਜਿਹਦੀ ਉਦਘਾਟਨੀ ਮੀਟਿੰਗ ਕੀਤੀ ਸੀ ਤਾਂ ਉਸ ਦੀ ਪ੍ਰਧਾਨਗੀ ਕਿਹਨੇ ਕੀਤੀ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ ਸਚਿਦਾਨੰਦ ਸਿਨਹਾ। ਠੀਕ ਹੈ, ਔਰ ਪਹਿਲੀ ਮੀਟਿੰਗ ਦੇ ਵਿੱਚ ਇਹ ਟੈਂਪਰੇਰੀ ਐਡਵਾਈਜ਼ਰ ਬਣਾਏ ਗਏ ਸੀ, ਟੈਂਪਰੇਰੀ ਪ੍ਰੈਜ਼ੀਡੈਂਟ ਸਚਿਦਾਨੰਦ ਸਿਨਹਾ, ਔਰ ਇਹਨਾਂ ਨੇ ਹੀ ਮੀਟਿੰਗ ਕੀਤੀ ਸੀ। ਔਰ ਜੋ ਪਰਮਾਨੈਂਟ ਪ੍ਰੈਜ਼ੀਡੈਂਟ ਬਣਾਏ ਗਏ ਸੀ ਉਹ ਸੀਗੇ ਡਾਕਟਰ ਰਜਿੰਦਰ ਪ੍ਰਸਾਦ, ਔਰ ਵਾਈਸ ਪ੍ਰੈਜ਼ੀਡੈਂਟ ਬਣਾਏ ਗਏ ਸੀ HC ਮੁਖਰਜੀ। ਔਰ BR ਅੰਬੇਡਕਰ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ, ਔਰ ਡਰਾਫਟਿੰਗ ਕਮੇਟੀ ਦੇ ਵਿੱਚ 7 ਮੈਂਬਰ ਸੀ। ਨੈਕਸਟ ਕੁਐਸਚਨ ਆਪਣਾ 9ਵਾਂ, ਇਹਦੇ ਵਿੱਚ ਲਿਖਿਆ ਹੋਇਆ ਹੂ ਅਮੰਗ ਦਾ ਫੋਲੋਇੰਗ ਵਾਜ ਚੇਅਰਮੈਨ ਆਫ ਡਰਾਫਟਿੰਗ ਕਮੇਟੀ ਆਫ ਦੀ ਇੰਡੀਅਨ ਕਨਸਟੀਟਿਊਸ਼ਨ। ਠੀਕ ਹੈ ਵੀ ਜੋ ਡਰਾਫਟਿੰਗ ਕਮੇਟੀ ਬਣਾਈ ਗਈ ਸੀ ਉਹਦੇ ਚੇਅਰਮੈਨ ਕੌਣ ਸੀ। ਤਾਂ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਸੀ, ਤਾਂ ਜੋ ਮੈਂ ਐਕਸਪਲੇਨੇਸ਼ਨ ਦੱਸ ਰਿਹਾ ਉਹੀ ਕੁਐਸਚਨ ਬਣ ਕੇ ਆਉਣਗੇ, ਉੱਦਾਂ ਦੇ ਹੀ ਕੁਐਸਚਨ ਆਉਣਗੇ। ਜ਼ਰੂਰੀ ਨਹੀਂ ਹੈ ਕਿ ਵੀ ਜੋ ਆਪਾਂ ਆਹ ਕੁਐਸਚਨ ਕਰ ਲਿਆ ਸਕਰੀਨ 'ਤੇ ਵੀ ਇਹੀ ਸੇਮ ਪੇਪਰ ਦੇ ਵਿੱਚ ਆਊਗਾ। ਹੋ ਸਕਦਾ ਜੋ ਮੈਂ ਐਕਸਪਲੇਨ ਕਰ ਰਿਹਾ, ਜੋ ਤੁਹਾਨੂੰ ਐਕਸਟਰਾ ਫੈਕਟ ਦੱਸਦਾ, ਉੱਥੋਂ ਵੀ ਕੁਐਸਚਨ ਬਣ ਸਕਦੇ ਆ, ਤਾਂ ਤੁਸੀਂ ਧਿਆਨ ਨਾਲ ਸੁਣਨਾ। ਔਰ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਨਾਲ ਦੀ ਨਾਲ ਬੈਲ ਆਈਕਨ ਦੱਬ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਇਹਦਾ ਰਾਈਟ ਆਨਸਰ ਹੋਊਗਾ ਜੀ ਆਪਸ਼ਨ ਨੰਬਰ ਡੀ ਡਾਕਟਰ BR ਅੰਬੇਡਕਰ। ਔਰ ਇਹ 7 ਮੈਂਬਰੀ ਕਮੇਟੀ ਸੀ। ਠੀਕ ਹੈ, ਔਰ ਇਹਦੇ ਵਿੱਚ 7 ਮੈਂਬਰ ਸੀ, ਜੋ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ 7 ਮੈਂਬਰ ਸੀ। ਚੇਅਰਮੈਨ ਸੀ ਡਾਕਟਰ BR ਅੰਬੇਡਕਰ, ਫਿਰ ਸੀ DP ਖੇਤਾਨ ਮੈਂਬਰ ਬਣਾਏ ਗਏ ਸੀ, ਔਰ ਜਿਨ੍ਹਾਂ ਦੀ ਡੈਥ ਹੋ ਗਈ ਸੀ, ਔਰ ਇਹਨਾਂ ਦੀ ਜਗ੍ਹਾ 'ਤੇ TT ਕ੍ਰਿਸ਼ਨਮਚਾਰਿਆ ਨੂੰ ਅਪੋਇੰਟ ਕੀਤਾ ਗਿਆ ਸੀਗਾ। ਫਿਰ ਸੀ BL ਮਿੱਤਰ, ਅਤੇ ਇਹਨਾਂ ਨੇ ਰਿਜ਼ਾਈਨ ਕਰਤਾ ਸੀ, ਔਰ ਇਹਨਾਂ ਦੀ ਜਗ੍ਹਾ 'ਤੇ ਮਾਧਵ ਰਾਓ ਨੂੰ ਅਪੋਇੰਟ ਕੀਤਾ ਗਿਆ ਸੀ, ਮਾਧਵ ਰਾਓ। ਫਿਰ ਤੀਜੇ ਨੰਬਰ 'ਤੇ ਸੀ KM ਮੁੰਸ਼ੀ। ਫਿਰ ਸੀ ਮੁਹੰਮਦ ਸਦਉਲਾ। ਫਿਰ ਸੀ ਗੋਪਾਲ ਸਵਾਮੀ ਐਂਗੇਕਰ। ਠੀਕ ਹੈ, ਫਿਰ ਕ੍ਰਿਸ਼ਨਾ ਸਵਾਮੀ ਅਈਅਰ। ਠੀਕ ਹੈ ਜੀ, ਇਹ 7 ਮੈਂਬਰ ਸੀ ਟੋਟਲ ਡਰਾਫਟਿੰਗ ਕਮੇਟੀ ਦੇ ਵਿੱਚ। ਨੈਕਸਟ ਕੁਐਸਚਨ ਆਪਣਾ, ਹਾਊ ਲੌਂਗ ਡਿਡ ਦਾ ਕਨਸਟੀਟਿਊਐਂਟ ਅਸੈਂਬਲੀ ਟੇਕ ਟੂ ਫਾਈਨਲ ਪਾਸ ਦਾ ਕਨਸਟੀਟਿਊਸ਼ਨ। ਵੀ ਜੋ ਭਾਰਤ ਸੰਵਿਧਾਨ ਨੂੰ ਪਾਸ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਸੀ। ਤਾਂ ਇਹਨੂੰ ਟੋਟਲ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਸੀ, ਅਤੇ ਨਾਲ 2 ਘੰਟੇ ਲੱਗੇ ਸੀ। ਠੀਕ ਹੈ, ਇੰਨੇ ਟਾਈਮ ਦੇ ਵਿੱਚ ਸੰਵਿਧਾਨ ਆਪਣਾ ਬਣ ਕੇ ਤਿਆਰ ਹੋ ਗਿਆ ਸੀਗਾ। ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਜੀ 3 ਈਅਰ ਲਗਭਗ, ਕਿਉਂਕਿ ਇੱਥੇ 3 ਸਾਲ ਹੀ ਬਣ ਜਾਂਦੇ ਨੇ। ਤਾਂ ਇੱਥੇ ਆਪਸ਼ਨ ਦੇ ਵਿੱਚ ਪੂਰਾ ਐਗਜੈਕਟ ਟਾਈਮ ਨਹੀਂ ਦਿੱਤਾ ਹੋਇਆ, ਤਾਂ ਆਪਾਂ ਇਹਨੂੰ ਮਾਰਕ ਕਰਾਂਗੇ 3 ਈਅਰ। ਠੀਕ ਹੈ, 3 ਈਅਰ। ਔਰ ਸਿੰਸ ਕਦੋਂ, 9 ਦਸੰਬਰ 1946 ਤੋਂ, ਕਿਉਂਕਿ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੀ ਰੱਖੀ ਗਈ ਸੀ। ਠੀਕ ਹੈ ਜੀ, ਆਪਣਾ ਸੰਵਿਧਾਨ ਬਣ ਕੇ 2 ਸਾਲ 11 ਮਹੀਨੇ 18 ਦਿਨ ਔਰ 2 ਘੰਟੇ ਲੱਗੇ ਸੀ, ਜਿਹਦੇ ਵਿੱਚ ਲਗਭਗ 64,000 ਦਾ ਖਰਚਾ ਆ ਗਿਆ ਸੀ ਸੰਵਿਧਾਨ ਬਣਾਉਣ 'ਤੇ। ਔਰ ਸਭ ਤੋਂ ਪਹਿਲਾਂ ਇਹਦੇ ਵਿੱਚ 80,000 ਵਰਡ ਲਿਖੇ ਗਏ ਸੀ। ਨੈਕਸਟ ਕੁਐਸਚਨ ਆਪਣਾ, ਹੂ ਵਾਜ ਦਾ ਪ੍ਰੈਜ਼ੀਡੈਂਟ ਆਫ ਕਨਸਟੀਟਿਊਐਂਟ ਅਸੈਂਬਲੀ। ਤਾਂ ਪ੍ਰੈਜ਼ੀਡੈਂਟ ਕੌਣ ਸੀ ਸੰਵਿਧਾਨ ਸਭਾ ਦੇ। ਤਾਂ ਆਪਾਂ ਦੇਖਿਆ ਪਿੱਛੇ ਡਾਕਟਰ ਰਜਿੰਦਰ ਪ੍ਰਸਾਦ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਔਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ HC ਮੁਖਰਜੀ ਨੂੰ। ਔਰ ਇਹਨਾਂ ਨੂੰ ਜੋ ਸੈਕਿੰਡ ਮੀਟਿੰਗ ਹੋਈ ਸੀ 11 ਦਸੰਬਰ 1946 ਦੇ ਵਿੱਚ, ਇਹਨਾਂ ਨੂੰ ਉਦੋਂ ਪਰਮਾਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ। ਔਰ ਪਹਿਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਟੈਂਪਰੇਰੀ ਪ੍ਰੈਜ਼ੀਡੈਂਟ ਸੀਗੇ ਸਚਿਦਾਨੰਦ ਸਿਨਹਾ। BR ਅੰਬੇਡਕਰ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਰਾਜਗੋਪਾਲਚਾਰੀ। ਆਪਣੇ ਭਾਰਤ ਦੇ ਜਦੋਂ ਆਜ਼ਾਦ ਹੋ ਗਿਆ ਸੀ ਤਾਂ ਪਹਿਲੇ ਵਾਇਸਰਾਏ ਬਣੇ ਸੀ ਰਾਜਗੋਪਾਲਚਾਰੀ ਜੀ, ਪਹਿਲੇ ਅਤੇ ਲਾਸਟ ਵਾਇਸਰਾਏ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣਾ, ਦਾ ਡਿਮਾਂਡ ਫॉर ਕਨਸਟੀਟਿਊਐਂਟ ਅਸੈਂਬਲੀ ਵਾਜ ਪੁੱਟ ਫਾਰਵਰਡ ਬਾਈ ਦੀ ਇੰਡੀਅਨ ਨੈਸ਼ਨਲ ਕਾਂਗਰਸ ਇਨ 1936 ਐਟ ਇਟਸ ਸੈਸ਼ਨ ਹੈਲਡ ਐਟ। ਵੀ ਜੋ ਸੰਵਿਧਾਨ ਸਭਾ ਦੀ ਮੰਗ ਕੀਤੀ ਗਈ ਸੀ 1936 ਦੇ ਵਿੱਚ, ਤਾਂ ਜੋ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਹੋਇਆ ਸੀ ਉਹ ਕਿੱਥੇ ਹੋਇਆ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ ਲਖਨਊ ਦੇ ਵਿੱਚ। 1936 ਦੇ ਵਿੱਚ ਲਖਨਊ ਦੇ ਵਿੱਚ ਹੋਇਆ ਸੀ। ਔਰ ਇਹਨੂੰ ਹੈੱਡ ਕੌਣ ਕਰ ਰਹੇ ਸੀ ਉਦੋਂ, ਪ੍ਰੈਜ਼ੀਡੈਂਟ ਕੌਣ ਸੀ, ਜਵਾਹਰ ਲਾਲ
ਨਹਿਰੂ। ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਇਹ ਜੋ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਸੀ 1936 ਦੇ ਵਿੱਚ ਲਖਨਊ ਵਿਖੇ ਹੋਇਆ ਸੀ। ਨੈਕਸਟ ਕੁਐਸਚਨ ਆਪਣਾ 13ਵਾਂ ਕੁਐਸਚਨ ਹੈ ਜੀ ਆਪਣਾ ਦੀ ਕੰਸਟੀਟਿਊਐਂਟ ਅਸੈਂਬਲੀ ਅਰਾਈਵਡ ਐਟ ਅ ਡਿਸੀਜਨ ਔਨ ਵੇਰੀਅਸ ਪ੍ਰੋਵੀਜ਼ਨ ਆਫ ਦੀ ਕੰਸਟੀਟਿਊਸ਼ਨ। ਵੀ ਜੋ ਆਪਣੀ ਸੰਵਿਧਾਨ ਸਭਾ ਬਣੀ ਸੀ ਵੀ ਜਦੋਂ ਆਪਣੇ ਫਾਈਨਲ ਡਿਸੀਜਨਾਂ 'ਤੇ ਪਹੁੰਚੀ ਤਾਂ ਉਹ ਕਿਹੜੇ ਡਿਸੀਜਨਾਂ ਨਾਲ ਪਹੁੰਚੀ ਸੀ। ਵੀ ਉਹਦੇ ਵਿੱਚ ਮੈਜੋਰਟੀ ਵੋਟ ਸੀਗੀਆਂ ਜਾਂ 2/3 ਮੈਜੋਰਟੀ ਸੀ ਜਾਂ ਬਾਏ ਕੰਸੈਂਸਸ ਸੀ ਜਾਂ ਅਨਮੈਂਸਲੀ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਵੀ ਇਹ ਸਹਿਮਤੀ ਦੁਆਰਾ ਹੀ, ਠੀਕ ਹੈ, ਇਹ ਸਹਿਮਤੀ ਦੁਆਰਾ ਹੀ ਪਹੁੰਚੀ ਸੀ ਉੱਥੇ, ਤਾਂ ਜੋ ਆਪਣੀ ਸੰਵਿਧਾਨ ਸਭਾ ਬਣੀ ਸੀ ਆਪਣੇ ਫਾਈਨਲ ਡਿਸੀਜਨ 'ਤੇ। ਠੀਕ ਹੈ, ਜੋ ਇਹਨੇ ਭਾਰਤ ਦਾ ਸੰਵਿਧਾਨ ਬਣਾਇਆ ਸੀ ਇਸ ਸਭਾ ਨੇ, ਤਾਂ ਉਹ ਆਪਣੀ ਸਹਿਮਤੀ ਨਾਲ ਹੀ ਉਸ ਡਿਸੀਜਨ 'ਤੇ ਪਹੁੰਚੇ ਸੀ। ਨਾ ਇਹਦੇ ਵਿੱਚ 2/3 ਮੈਜੋਰਟੀ ਸੀ, ਨਾ ਇਹਦੇ ਵਿੱਚ ਮੈਜੋਰਟੀ ਵੋਟਸ ਪਈਆਂ ਸੀ, ਤਾਂ ਜੋ ਇਹਨਾਂ ਦਾ ਸਹਿਮਤੀ ਦੁਆਰਾ ਹੀ ਇਸ ਦਾ ਡਿਸੀਜਨ ਲਿਆ ਗਿਆ ਸੀ। ਨੈਕਸਟ ਕੁਐਸਚਨ ਆਪਣਾ ਦੀ ਮੋਸਟ ਪ੍ਰੋਫਾਊਂਡ ਇਨਫਲੂਐਂਸ ਔਨ ਦੀ ਡਰਾਫਟਿੰਗ ਆਫ ਇੰਡੀਅਨ ਕੰਸਟੀਟਿਊਸ਼ਨ ਵਾਜ ਐਕਸਰਸਾਈਜ਼ਡ ਬਾਈ ਦੀ। ਠੀਕ ਹੈ, ਵੀ ਜੋ ਆਪਣਾ ਭਾਰਤ ਦਾ ਸੰਵਿਧਾਨ ਹੈ, ਜੋ ਆਪਣਾ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਸੀ ਉਸ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਦਾ ਪਿਆ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਗਵਰਨਮੈਂਟ ਆਫ ਇੰਡੀਆ ਐਕਟ 1935। ਕਿਉਂਕਿ ਜੋ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚੋਂ ਜਿਹੜਾ ਆਪਣਾ 70% ਹਿੱਸਾ ਹੈ ਆਪਾਂ 1935 ਵਾਲੇ ਗਵਰਨਮੈਂਟ ਇੰਡੀਆ ਐਕਟ ਤੋਂ ਹੀ ਲਿਆ ਗਿਆ। ਠੀਕ ਹੈ, ਔਰ ਬਾਕੀ ਜੋ ਰਹਿੰਦਾ ਹੈ 30% ਉਹ ਆਪਾਂ ਲਗਭਗ ਦੂਸਰੇ ਦੇਸ਼ਾਂ ਤੋਂ ਲੈ ਕੇ ਉਹ ਕੀਤਾ, ਜਿਵੇਂ ਆਪਾਂ USA ਤੋਂ ਪੋਸਟ ਆਫ ਪ੍ਰੈਜ਼ੀਡੈਂਟ ਹੋ ਗਿਆ ਜਾਂ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੋ ਗਿਆ, ਜਾਂ ਆਪਾਂ ਹੋਰ ਸਾਰੇ ਦੇਸ਼ਾਂ ਤੋਂ, ਆਸਟ੍ਰੇਲੀਆ ਤੋਂ ਜਾਂ ਜਾਪਾਨ ਤੋਂ, ਇਹ ਬਹੁਤ ਚੀਜ਼ਾਂ ਲਈਆਂ ਨੇ। ਤਾਂ ਬਾਕੀ 30% ਹਿੱਸਾ ਆਪਾਂ ਦੂਸਰੇ ਦੇਸ਼ਾਂ ਤੋਂ ਲਿਆ ਗਿਆ ਔਰ 70% ਜੋ ਹਿੱਸਾ ਆਪਣਾ ਸੰਵਿਧਾਨ ਦਾ ਉਹ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਲਿਆ ਗਿਆ 1935 ਵਾਲੇ ਤੋਂ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਜੀ ਆਪਸ਼ਨ ਨੰਬਰ ਸੀ ਗਵਰਨਮੈਂਟ ਇੰਡੀਆ ਐਕਟ 1935। ਨੈਕਸਟ ਕੁਐਸਚਨ ਹੈ ਔਰ ਅੱਜ ਦਾ ਇਹ ਲਾਸਟ ਕੁਐਸਚਨ ਹੈ ਵੀ ਆਪਾਂ ਨੂੰ ਇਹਦੇ ਵਿੱਚ ਮੈਚ ਕਰਨਾ ਹੈ। ਤਾਂ ਇੱਧਰ ਆਪਾਂ ਨੂੰ ਜਿਹੜੀਆਂ ਕਮੇਟੀ ਦਿੱਤੀਆਂ ਹੋਈਆਂ ਨੇ ਔਰ ਇੱਧਰ ਇਹਨਾਂ ਦੇ ਚੇਅਰਮੈਨ ਦਿੱਤੇ ਹੋਏ ਨੇ। ਡਰਾਫਟਿੰਗ ਕਮੇਟੀ ਦਾ ਚੇਅਰਮੈਨ ਹੁਣ ਤਾਂ ਲੱਗਦਾ ਤੁਹਾਨੂੰ ਯਾਦ ਹੋ ਗਿਆ ਹੋਣਾ। ਇਹਦੇ ਡਰਾਫਟਿੰਗ ਕਮੇਟੀ ਦੇ ਜੋ ਚੇਅਰਮੈਨ ਸੀ ਉਹ ਸੀ BR ਅੰਬੇਡਕਰ, ਤਾਂ ਇਹਦਾ ਆਪਸ਼ਨ ਹੈ 4। ਠੀਕ ਹੈ, ਔਰ ਕਮੇਟੀ ਆਫ ਫੰਡਾਮੈਂਟਲ ਐਂਡ ਮੈਜੋਰਟੀ, ਤਾਂ ਇਹਦੇ ਜੋ ਨੇ ਕੌਣ ਨੇ ਨੰਬਰ 3 'ਤੇ, ਸੌਰੀ ਇਹਦਾ ਨੰਬਰ 1 ਯਾਨੀ ਕਿ ਵੱਲਭ ਭਾਈ ਪਟੇਲ। ਔਰ ਯੂਨੀਅਨ ਕੰਸਟੀਟਿਊਸ਼ਨ ਕਮੇਟੀ, ਤਾਂ ਇਹਦਾ ਆ ਜਾਊਗਾ 2 ਨੰਬਰ ਜਵਾਹਰ ਲਾਲ ਨਹਿਰੂ। ਵਰਕਿੰਗ ਕਮੇਟੀ ਦੇ ਸੀ ਨੰਬਰ 3, ਤਾਂ ਇਹਦਾ ਹੋ ਜਾਊਗਾ K ਮੁਨਸ਼ੀ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਜੀ ਆਪਸ਼ਨ ਨੰਬਰ D 4123। 4123 4 'ਤੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ BR ਅੰਬੇਡਕਰ ਔਰ ਕਮੇਟੀ ਔਨ ਫੰਡਾਮੈਂਟਲ ਐਂਡ ਮੈਜੋਰਟੀ ਰਾਈਟਸ ਦੇ ਸੀ ਵੱਲਭ ਭਾਈ ਪਟੇਲ। ਨੰਬਰ 1 ਯੂਨੀਅਨ ਕੰਸਟੀਟਿਊਸ਼ਨ ਕਮੇਟੀ ਦੇ ਜਵਾਹਰ ਲਾਲ ਨਹਿਰੂ, ਆਪਸ਼ਨ ਨੰਬਰ 2, ਔਰ ਵਰਕਿੰਗ ਕਮੇਟੀ ਦੇ ਸੀ K ਮੁਨਸ਼ੀ ਨੰਬਰ 3। ਠੀਕ ਹੈ, 4123। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹੋ ਜਿਹੇ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ। ਇਹ ਆਪਣੀ ਸੀਰੀਜ਼ ਕੰਟੀਨਿਊ ਚੱਲੂਗੀ, ਤਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅੱਜ ਦੇ ਲਈ ਇੰਨਾ ਹੀ, ਧੰਨਵਾਦ।